ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 3 ਲੈ ਕੇ ਹਾਜ਼ਰ ਹੋਏ ਹਾਂ। ਇਸ ਸੈਸ਼ਨ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਰਿਲੇਟਡ ਜੋ ਵੀ ਇੰਪੋਰਟੈਂਟ ਕਰੰਟ ਅਫੇਅਰ ਨੂੰ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 2 ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਤੁਹਾਨੂੰ ਹਰ ਇੱਕ ਸਬਜੈਕਟਸ ਦੀਆਂ ਪਲੇਲਿਸਟ ਤੁਹਾਨੂੰ ਮਿਲ ਜਾਣਗੀਆਂ ਅਤੇ ਬੈਕ ਟੂ ਬੈਕ ਤੁਸੀਂ ਵੀਡੀਓ ਲਗਾ ਸਕਦੇ ਹੋ ਅਤੇ ਆਪਣੀ ਤਿਆਰੀ ਹੈ ਜਿਹੜੀ ਉਹ ਕੰਟੀਨਿਊ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਅੱਜ ਆਪਾਂ ਜੋ ਕਰੰਟ ਅਫੇਅਰ ਲੈ ਕੇ ਆਏ ਹਾਂ ਉਹ ਆਪਾਂ ਕੁਐਸਚਨ ਆਨਸਰ ਦੀ ਫਾਰਮ ਦੇ ਵਿੱਚ ਲੈ ਕੇ ਆਏ ਹਾਂ, ਕਿਉਂਕਿ ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਸਰ ਤੁਸੀਂ ਸਲਾਈਡਸ ਤੋਂ ਮਤਲਬ ਸਲਾਈਡਸ ਦੇ ਵਿੱਚ ਨਾ ਕਰਵਾਇਆ ਕਰੋ, ਕੁਐਸਚਨ ਆਨਸਰ ਦੀ ਫਾਰਮ ਦੇ ਵਿੱਚ ਕਰੰਟ ਅਫੇਅਰ ਕਰਵਾਓ। ਠੀਕ ਹੈ ਜੀ, ਤਾਂ ਆਪਾਂ ਤੁਹਾਡੀ ਡਿਮਾਂਡ ਦੇ ਉੱਤੇ ਆਪਾਂ ਕੁਐਸਚਨ ਆਨਸਰ ਦੀ ਫਾਰਮ ਦੇ ਵਿੱਚ ਹੀ ਆਪਾਂ ਕਰੰਟ ਅਫੇਅਰ ਅੱਜ ਤੋਂ ਬਾਅਦ ਆਪਾਂ ਕਰਵਾਇਆ ਕਰਾਂਗੇ। ਤਾਂ ਆਪਾਂ ਅੱਜ ਕੁਐਸਚਨ ਆਨਸਰ ਦੀ ਫਾਰਮ ਦੇ ਵਿੱਚ ਹੀ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ। ਠੀਕ ਹੈ ਜੀ, ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਕਿਵੇਂ ਤੁਹਾਨੂੰ ਵਧੀਆ ਸਮਝ ਆਉਂਦਾ। ਠੀਕ ਹੈ ਜੀ, ਤਾਂ ਆਪਾਂ ਉਸ ਟਾਈਪ ਨਾਲ ਹੀ ਤੁਹਾਨੂੰ ਆਪਣੀਆਂ ਕਲਾਸਿਸ ਅੱਗੇ ਆਉਣਗੀਆਂ। ਠੀਕ ਹੈ ਜੀ, ਤਾਂ ਆਪਣੇ ਸੁਜੈਸ਼ਨ ਆਪਣੀ ਸਲਾਹ ਜ਼ਰੂਰ ਦਿਆ ਕਰੋ ਕਿ ਕਿਵੇਂ ਤੁਹਾਨੂੰ ਵਧੀਆ ਸਮਝ ਆਉਂਦਾ। ਠੀਕ ਹੈ ਜੀ, ਤਾਂ ਆਪਾਂ ਉਸ ਤਰੀਕੇ ਨਾਲ ਹੀ ਤੁਹਾਡੇ ਅੱਗੇ ਕਲਾਸਾਂ ਲੈ ਕੇ ਆਇਆ ਕਰਾਂਗੇ। ਤਾਂ ਅੱਜ ਦਾ ਸੈਸ਼ਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ, ਸਾਰਾ ਸੈਸ਼ਨ ਜ਼ਰੂਰ ਅਟੈਂਡ ਕਰਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ। ਠੀਕ ਹੈ ਜੀ, ਕਿਉਂਕਿ ਆਪਾਂ ਉਹ ਕਰੰਟ ਅਫੇਅਰ ਤੁਹਾਡੇ ਅੱਗੇ ਪੇਸ਼ ਕਰਨੇ ਜਿਹੜੇ 99% ਤੁਹਾਨੂੰ ਪੇਪਰ ਦੇ ਵਿੱਚ ਆਉਣ ਦੇ ਚਾਂਸ ਨੇ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈ ਇਸਰੋ ਦਾ ਮੌਜੂਦਾ ਚੇਅਰਮੈਨ ਕੌਣ ਹੈ? ਹੂ ਇਜ਼ ਦੀ ਕਰੰਟ ਚੇਅਰਮੈਨ ਆਫ ਇਸਰੋ? ਇਸਰੋ ਦੀ ਪਹਿਲਾਂ ਤਾਂ ਤੁਹਾਨੂੰ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਠੀਕ ਹੈ ਜੀ, ਆਪਣੇ ਇੰਡੀਆ ਦੀ ਬਹੁਤ ਤਕੜੀ ਇਹ, ਜਿੱਥੇ ਆਪਣੇ ਖੋਜਾਂ ਹੁੰਦੀਆਂ ਨੇ, ਰਿਸਰਚ ਹੁੰਦੀਆਂ ਨੇ, ਬਹੁਤ ਵੱਡੀ ਏਜੰਸੀ ਹੈ ਇਹ। ਠੀਕ ਹੈ ਜੀ, ਇਸਰੋ। ਤਾਂ ਇੱਥੋਂ ਹੀ ਆਪਣੇ ਮਤਲਬ ਜਿਹੜੇ ਆਪਣੇ ਇੰਡੀਆ ਦੇ ਵਿਗਿਆਨੀ ਨੇ ਉਹ ਬਹੁਤ ਮਹਾਨ ਖੋਜਾਂ ਆਪਣੇ ਲਈ ਕਰਦੇ ਨੇ। ਠੀਕ ਹੈ ਜੀ, ਤਾਂ ਇਸਰੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹਦੇ ਵਿੱਚੋਂ ਕੁਐਸਚਨ ਬਣਨ ਦੀ ਪੂਰੀ ਸੰਭਾਵਨਾ ਹੈ। ਠੀਕ ਹੈ ਜੀ, ਤਾਂ ਨਵਾਂ ਚੇਅਰਮੈਨ ਇਸਰੋ ਦਾ ਨਿਯੁਕਤ ਹੋਇਆ, ਉਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ, ਕਿਉਂਕਿ ਇਹ ਬਹੁਤ ਮਤਲਬ ਆਪਣੇ ਇੰਡੀਆ ਦਾ ਬਹੁਤ ਵੱਡੇ ਲੈਵਲ ਦੀ ਇਹ ਇਸਰੋ ਹੈ ਜਿਹੜੀ ਉਹ ਬਹੁਤ ਵੱਡੇ ਲੈਵਲ ਦੀ ਏਜੰਸੀ ਹੈ। ਠੀਕ ਹੈ ਜੀ, ਤਾਂ ਇੱਥੋਂ ਤੁਹਾਨੂੰ ਕੁਐਸਚਨ ਬਣਨ ਦੀ ਪੂਰੀ ਸੰਭਾਵਨਾ ਹੈ। ਤਾਂ ਇਸਰੋ ਦਾ ਜਿਹੜਾ ਮੌਜੂਦਾ ਚੇਅਰਮੈਨ ਹੈ ਉਹ ਕੌਣ ਹੈ? ਤਾਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਅਤੇ ਇਹਦਾ ਆਨਸਰ ਹੈ ਆਨਸਰ ਨੰਬਰ 1 ਐਸ ਸੋਮਨਾਥ। ਠੀਕ ਹੈ ਜੀ, ਜਿਹੜਾ ਕਰੰਟ ਚੇਅਰਮੈਨ ਹੈ ਉਹ ਕੌਣ ਹੈ? ਤਾਂ ਆਨਸਰ ਨੰਬਰ 1 ਆਊਗਾ ਐਸ ਸੋਮਨਾਥ। ਠੀਕ ਹੈ ਜੀ, ਐਸ ਸੋਮਨਾਥ ਇਹਦਾ ਕਰੰਟ ਚੇਅਰਮੈਨ ਹੈ ਇਸਰੋ ਦਾ। ਇਹਦੇ ਬਾਰੇ ਤੁਹਾਨੂੰ ਇਸਰੋ ਬਾਰੇ ਇਹਦੇ ਨਾਲ ਰਿਲੇਟਡ ਜਿੰਨੇ ਵੀ ਪੁਆਇੰਟ ਨੇ ਉਹ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਕਿਉਂਕਿ ਤੁਹਾਨੂੰ ਕੁਐਸਚਨ ਕਿਤੋਂ ਵੀ ਬਣ ਸਕਦਾ ਹੈ। ਇਹਦਾ ਫਾਊਂਡਰ ਤੁਹਾਨੂੰ ਪੁੱਛ ਸਕਦੇ ਨੇ, ਫਾਊਂਡਰ ਕੌਣ ਹੈ? ਵਿਕਰਮ ਸਾਰਾਭਾਈ। ਠੀਕ ਹੈ ਜੀ, ਵਿਕਰਮ ਸਾਰਾਭਾਈ ਸਪੇਸ ਰਿਸਰਚ ਵੀ ਇਹਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਤਾਂ ਵਿਕਰਮ ਸਾਰਾਭਾਈ ਕੌਣ ਨੇ? ਇਹਦੇ ਫਾਊਂਡਰ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਹੈੱਡਕੁਆਟਰ ਕਿੱਥੇ ਦਾ? ਬੈਂਗਲੁਰੂ ਕਰਨਾਟਕਾ ਦੇ ਵਿੱਚ। ਠੀਕ ਹੈ ਜੀ, ਤਾਂ ਇਸਟੈਬਲਿਸ਼ ਈਅਰ ਤੁਹਾਨੂੰ ਇਹਦਾ ਪੁੱਛ ਸਕਦੇ ਨੇ। ਇਸਟੈਬਲਿਸ਼ ਈਅਰ ਇਹਦਾ 15 ਅਗਸਤ 1969 ਦੇ ਵਿੱਚ ਇਹਦਾ ਇਸਟੈਬਲਿਸ਼ ਈਅਰ ਹੈ। ਬਹੁਤ ਵਾਰ ਪੁੱਛਿਆ ਗਿਆ ਇਸਰੋ ਦਾ ਇਸਟੈਬਲਿਸ਼ ਈਅਰ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ 15 ਅਗਸਤ 1969 ਈਸਵੀ ਦਾ ਇਸਟੈਬਲਿਸ਼ ਈਅਰ ਹੈ। ਠੀਕ ਹੈ ਜੀ, ਇਸਰੋ ਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਤਾਂ ਨਾਲ ਆਪਣਾ ਕਾਪੀ ਪੈਨ ਲੈ ਕੇ ਬੈਠੋ। ਠੀਕ ਹੈ ਜੀ, ਨਾਲ ਤੁਸੀਂ ਨੋਟਸ ਜ਼ਰੂਰ ਬਣਾਓ, ਕਿਉਂਕਿ ਇੱਕ ਵਾਰ ਪੜ੍ਹਨ ਦੇ ਨਾਲ ਤੁਹਾਡੇ ਇਹ ਯਾਦ ਨਹੀਂ ਹੋਣੇ। ਜਿਹੜੇ ਕਰੰਟ ਅਫੇਅਰਸ ਨੇ ਇਹਨਾਂ ਦੀ ਤੁਹਾਨੂੰ ਵਾਰ-ਵਾਰ ਰਿਵੀਜ਼ਨ ਕਰਨੀ ਪਊ, ਫਿਰ ਤੁਹਾਡੇ ਚੰਗੀ ਤਰ੍ਹਾਂ ਇਹ ਯਾਦ ਹੋਣਗੇ। ਤਾਂ ਮੇਰੀ ਇਹ ਤੁਹਾਨੂੰ ਰਿਕਮੈਂਡੇਸ਼ਨ ਹੈ ਕਿ ਤੁਸੀਂ ਆਪਣੇ ਨੋਟਸ ਜ਼ਰੂਰ ਬਣਾਓ। ਠੀਕ ਹੈ ਜੀ, ਤਾਂ ਆਨਸਰ ਨੰਬਰ 1 ਹੈ ਇਹਦਾ ਐਸ ਸੋਮਨਾਥ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ ਹਵਾਈ ਸੈਨਾ ਦਾ ਮੌਜੂਦਾ ਡਾਇਰੈਕਟਰ ਜਨਰਲ ਕੌਣ ਹੈ? ਹੂ ਇਜ਼ ਦੀ ਕਰੰਟ ਡਾਇਰੈਕਟਰ ਜਨਰਲ ਆਫ ਇੰਡੀਅਨ ਏਅਰ ਫੋਰਸ? ਇੰਡੀਅਨ ਏਅਰ ਫੋਰਸ ਦਾ ਡਾਇਰੈਕਟਰ ਜਨਰਲ ਤੁਹਾਨੂੰ ਪੁੱਛ ਸਕਦੇ ਨੇ, ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਨੰਬਰ 4 ਆਊਗਾ ਸੰਜੀਵ ਕਪੂਰ। ਠੀਕ ਹੈ ਜੀ, ਸੰਜੀਵ ਕਪੂਰ ਇਹਦਾ ਆਨਸਰ ਹੈਗਾ। ਜਿਹੜਾ ਇੰਡੀਅਨ ਏਅਰ ਫੋਰਸ ਦਾ ਕਰੰਟ ਡਾਇਰੈਕਟਰ ਜਨਰਲ ਹੈ ਉਹ ਕੌਣ ਹੈ? ਸੰਜੀਵ ਕਪੂਰ। ਠੀਕ ਹੈ ਜੀ, ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਆਨਸਰ ਨੰਬਰ 4। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ ਵਿਦੇਸ਼ ਸੈਕਟਰੀ ਕੌਣ ਹੈ? ਹੂ ਇਜ਼ ਦੀ ਕਰੰਟ ਫੋਰਨ ਸੈਕਟਰੀ ਆਫ ਇੰਡੀਆ?
गौरव द्विवेदी, विनय मोहन कवात्रा, सुरेश एन पटेल या संजीव कपूर। ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। ਇਹ ਆਪਣੇ ਉਹ ਕੁਐਸਚਨ ਨੇ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਕਿਉਂਕਿ ਆਪਾਂ ਇੰਡੀਆ ਦੇ ਵਿੱਚ ਰਹਿ ਰਹੇ ਹਾਂ। ਇਹਨਾਂ ਦੇ ਆਉਣ ਦੇ 99% ਤੁਹਾਨੂੰ ਚਾਂਸ ਨੇ ਕਰੰਟ ਅਫੇਅਰਸ ਦੇ ਵਿੱਚ, ਠੀਕ ਹੈ ਜੀ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ, ਤਾਂ ਇਹਦਾ ਆਨਸਰ ਨੰਬਰ 2 ਆਊਗਾ, ਵਿਨੈ ਮੋਹਨ ਕਵਾਤਰਾ, ਠੀਕ ਹੈ ਜੀ। ਫੋਰਨ ਸੈਕਟਰੀ ਨੇ ਆਪਣੇ ਇਹ ਕਰੰਟ, ਠੀਕ ਹੈ ਜੀ, ਵਿਨੈ ਮੋਹਨ ਕਵਾਤਰਾ। ਇਹ ਤੁਸੀਂ ਨੋਟ ਕਰ ਲਿਓ, ਵਿਨੈ ਮੋਹਨ ਕਵਾਤਰਾ ਆਪਣੇ ਇੰਡੀਆ ਦੇ ਫੋਰਨ ਸੈਕਟਰੀ ਨੇ ਕਰੰਟ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਇਹਦਾ ਆਨਸਰ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ NSE ਦਾ MD ਅਤੇ CEO ਕੌਣ ਹੈ? ਹੂ ਇਜ਼ ਦੀ ਕਰੰਟ MD ਐਂਡ CEO NSE? NSE ਬਹੁਤ ਮਤਲਬ ਫੇਮਸ ਏਜੰਸੀ ਹੈ, ਠੀਕ ਹੈ, ਜਿਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਬਹੁਤ ਇੰਪੋਰਟੈਂਟ ਹੈ। ਇੱਥੋਂ ਕੁਐਸਚਨ ਬਣਨ ਦੇ ਪੂਰੀ ਸੰਭਾਵਨਾ ਤੁਹਾਡੀ। ਨੈਸ਼ਨਲ ਸਟਾਕ ਐਕਸਚੇਂਜ, ਠੀਕ ਹੈ ਜੀ, ਨੈਸ਼ਨਲ ਸਟਾਕ ਐਕਸਚੇਂਜ ਹੈ NSE ਦੀ ਫੁੱਲ ਫਾਰਮ, ਨੈਸ਼ਨਲ ਸਟਾਕ ਐਕਸਚੇਂਜ। ਤਾਂ ਇਹਦਾ ਤੁਹਾਨੂੰ ਕਰੰਟ MD ਤੇ CEO ਪੁੱਛ ਸਕਦੇ ਨੇ, ਠੀਕ ਹੈ ਜੀ। ਗੌਰਵ द्विवेदी, ਅਨੀਸ਼ ਕੁਮਾਰ ਚੌਹਾਨ, ਸੁਰੇਸ਼ ਐਨ ਪਟੇਲ ਜਾਂ ਸੰਜੀਵ ਕਪੂਰ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਅਨੀਸ਼ ਕੁਮਾਰ ਚੌਹਾਨ, ਠੀਕ ਹੈ ਜੀ। ਆਸ਼ੀਸ਼ ਕੁਮਾਰ ਚੌਹਾਨ, ਸੌਰੀ, ਅਨੀਸ਼ ਨਹੀਂ, ਆਸ਼ੀਸ਼ ਕੁਮਾਰ ਚੌਹਾਨ ਇਹਦਾ ਕਰੰਟ MD ਐਂਡ ਮੈਨੇਜਿੰਗ ਡਾਇਰੈਕਟਰ ਐਂਡ ਚੀਫ ਐਗਜ਼ੀਕਿਊਟਿਵ ਆਫਿਸਰ, ਠੀਕ ਹੈ ਜੀ। ਤਾਂ ਆਸ਼ੀਸ਼ ਕੁਮਾਰ ਚੌਹਾਨ ਹੈ ਇਹ NSE ਦਾ ਕਰੰਟ MD ਤੇ CEO, ਆਸ਼ੀਸ਼ ਕੁਮਾਰ ਚੌਹਾਨ। ਤਾਂ ਬਹੁਤ ਇੰਪੋਰਟੈਂਟ ਹੈ। ਤਾਂ ਕਈ ਵਾਰੀ ਤੁਹਾਨੂੰ NSE ਦਾ ਹੈੱਡਕੁਆਟਰ ਪੁੱਛ ਸਕਦੇ ਆ, ਤਾਂ ਹੈੱਡਕੁਆਟਰ ਕਿੱਥੇ ਦਾ? ਮੁੰਬਈ ਦੇ ਵਿੱਚ ਹੈ। ਅਤੇ ਇਸਟੈਬਲਿਸ਼ਮੈਂਟ ਈਅਰ ਤੁਹਾਨੂੰ ਪੁੱਛ ਸਕਦੇ ਆ। ਇਹ ਮੈਂ ਤੁਹਾਡੇ ਸਾਰੇ ਨਾਲ ਕਵਰ ਕਰਵਾਈ ਜਾਣੇ ਆ। ਇਹ ਨਹੀਂ ਕਿ ਆਪਾਂ 15 ਕੁਐਸਚਨ ਅਟੈਂਪਟ ਕਰਨੇ, 15 ਦੇ ਨਾਲ ਆਪਾਂ ਇਹਨਾਂ ਦੇ ਨਾਲ ਜਿੰਨੇ ਵੀ ਰਿਲੇਟਡ ਫੈਕਟ ਨੇ ਜਿੱਥੋਂ ਕੁਐਸਚਨ ਬਣ ਸਕਦਾ ਉਹ ਵੀ ਆਪਾਂ ਕਲੀਅਰ ਕਰ ਰਹੇ ਨੇ। ਹੈੱਡਕੁਆਟਰ ਮੁੰਬਈ ਦੇ ਵਿੱਚ ਹੈ ਅਤੇ ਇਸਟੈਬਲਿਸ਼ਮੈਂਟ ਈਅਰ ਇਹਦਾ 1992 ਦੇ ਵਿੱਚ ਇਹ ਸੰਸਥਾ ਬਣੀ ਸੀ, NSE, ਠੀਕ ਹੈ ਜੀ, ਨੈਸ਼ਨਲ ਸਟਾਕ ਐਕਸਚੇਂਜ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ ਚੀਫ ਆਰਥਿਕ ਸਲਾਹਕਾਰ ਕੌਣ ਹੈ? ਹੂ ਇਜ਼ ਦੀ ਕਰੰਟ ਚੀਫ ਇਕਨੋਮਿਕ ਐਡਵਾਈਜ਼ਰ ਆਫ ਇੰਡੀਆ? ਵਿਨੈ ਮੋਹਨ ਕਵਾਤਰਾ, V ਅਨੰਤ ਨਾਗੇਸ਼ਵਰਨ, ਸੁਰੇਸ਼ ਐਨ ਪਟੇਲ ਜਾਂ ਸੰਜੀਵ ਕਪੂਰ, ਠੀਕ ਹੈ ਜੀ। ਤਾਂ ਇਹ ਤੁਸੀਂ ਦੱਸ ਸਕਦੇ ਹੋ, ਬਹੁਤ ਇੰਪੋਰਟੈਂਟ ਹੈ ਇਹ। ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਚੀਫ ਇਕਨੋਮਿਕ ਐਡਵਾਈਜ਼ਰ ਬਾਰੇ ਤੁਹਾਨੂੰ ਪੁੱਛ ਸਕਦੇ ਨੇ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ ਆਪਣਾ, V ਅਨੰਤ ਨਾਗੇਸ਼ਵਰਨ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਹੈ V ਅਨੰਤ ਨਾਗੇਸ਼ਵਰਨ। ਇਹ ਆਪਣਾ ਕਰੰਟ ਹੈ ਚੀਫ ਇਕਨੋਮਿਕ ਐਡਵਾਈਜ਼ਰ, ਠੀਕ ਹੈ ਜੀ, ਚੀਫ ਇਕਨੋਮਿਕ ਐਡਵਾਈਜ਼ਰ ਹੈ ਇਹ ਮੌਜੂਦਾ। ਤਾਂ V ਅਨੰਤ ਨਾਗੇਸ਼ਵਰਨ। ਤੁਸੀਂ ਨਾਲ ਆਪਣਾ ਗੂਗਲ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਕਰੰਟ ਅਫੇਅਰ ਪੁੱਛੇ ਜਾਣਗੇ ਆਉਣ ਵਾਲੇ ਪੰਜਾਬ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਵਿੱਚ। ਭਾਰਤ ਦਾ ਮੌਜੂਦਾ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦਾ ਡਾਇਰੈਕਟਰ ਜਨਰਲ ਕੌਣ ਹੈ? ਹੂ ਇਜ਼ ਦੀ ਕਰੰਟ ਡਾਇਰੈਕਟਰ ਜਨਰਲ ਆਫ ITBP? ਇੰਡੋ ਤਿੱਬਤੀਅਨ ਬਾਰਡਰ ਪੁਲਿਸ, ITBP ਦੀ ਫੁੱਲ ਫਾਰਮ ਹੈ ਇਹ, ਇੰਡੋ ਤਿੱਬਤੀਅਨ ਬਾਰਡਰ ਪੁਲਿਸ। ਤਾਂ ਇਹਦਾ ਤੁਹਾਨੂੰ ਡਾਇਰੈਕਟਰ ਜਨਰਲ ਪੁੱਛ ਸਕਦੇ ਨੇ, ਬਹੁਤ ਇੰਪੋਰਟੈਂਟ ਹੈ ਇਹ। ਸਾਰੀਆਂ ਤੁਹਾਨੂੰ ਆਰਮਡ ਫੋਰਸਿਸ ਦੇ, ਪੁਲਿਸਿਸ ਦੇ ਜਿੰਨੇ ਵੀ ਇੰਪੋਰਟੈਂਟ ਨੇ ਉਹਦੀ ਤੁਹਾਨੂੰ ਇਹ ਡਾਇਰੈਕਟਰ ਜਨਰਲ ਸਭ ਤੋਂ ਪਹਿਲਾਂ ਪਤਾ ਹੋਣੇ ਚਾਹੀਦੇ ਨੇ। ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਆਪਾਂ ਬੇਸਿਕ ਟੂ ਮੋਡਰੇਟ ਚੱਲ ਰਹੇ ਹਾਂ। ਸਭ ਤੋਂ ਪਹਿਲਾਂ ਆਪਣਾ ਬੇਸ ਆਪਾਂ ਸਟਰੋਂਗ ਕਰੀਏ, ਉਸ ਤੋਂ ਬਾਅਦ ਆਪਾਂ ਅੱਗੇ ਜੋ ਵੀ ਹੁਣ ਕਰੰਟ ਚੱਲ ਰਿਹਾ 2023 ਦੇ ਵਿੱਚ, ਠੀਕ ਹੈ ਜੀ, ਜੋ ਵੀ ਤੁਹਾਡਾ G20 ਹੋ ਗਿਆ ਜਾਂ ਬੈਸਟ ਪੁਲਿਸ ਦਾ ਅਵਾਰਡ ਕਿਹਨੂੰ ਦਿੱਤਾ ਗਿਆ, ਠੀਕ ਹੈ ਜੀ, ਜਾਂ ਆਪਣਾ ਰੈਂਕਿੰਗ ਹੋ ਗਈ, ਭਾਰਤ ਕਿਹੜੇ ਰੈਂਕ ਦੇ ਉੱਤੇ ਹੈ, ਠੀਕ ਹੈ ਜੀ। ਇੰਡੈਕਸ ਜਿਹੜੇ ਆਪਣੇ ਅਲੱਗ-ਅਲੱਗ ਇੰਡੈਕਸ ਨੇ ਉਹ ਵੀ ਆਪਾਂ ਆਉਣ ਵਾਲੇ ਸਾਰੇ ਸੈਸ਼ਨਸ ਦੇ ਵਿੱਚ ਆਪਾਂ ਸਾਰੇ ਕਵਰ ਕਰਾਂਗੇ। ਇੱਕ ਵੀ ਕਰੰਟ ਅਫੇਅਰ ਆਪਾਂ ਤੁਹਾਡਾ ਮਿਸ ਨਹੀਂ ਹੋਣ ਦਿੰਦੇ, ਠੀਕ ਹੈ ਜੀ। ਤਾਂ G20 ਬਾਰੇ ਮੈਂ ਵਾਰ-ਵਾਰ ਗੱਲ ਤਾਂ ਕਰ ਰਿਹਾ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ। G20 ਦੇ ਵਿੱਚੋਂ ਕੁਐਸਚਨ ਬਣਨ ਦੀ ਪੂਰੀ ਸੰਭਾਵਨਾ ਹੈ ਤੁਹਾਨੂੰ ਬਣੂਗਾ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਇਹ ਸਮਿਟ ਹੋਇਆ, ਠੀਕ ਹੈ ਜੀ। ਤਾਂ ITBP ਦਾ ਤੁਹਾਨੂੰ ਪੁੱਛ ਸਕਦੇ ਨੇ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਅਨੀਸ਼ ਦਿਆਲ ਸਿੰਘ, ਠੀਕ ਹੈ ਜੀ, ਅਨੀਸ਼ ਦਿਆਲ ਸਿੰਘ ਹੈ ਇਹਦਾ ਆਪਣਾ ITBP ਦਾ ਜਿਹੜਾ ਆਪਾਂ ਡਾਇਰੈਕਟਰ ਜਨਰਲ ਕਹਿ ਸਕਦੇ ਹਾਂ, ਜਿਹੜਾ ਨਿਊ ਹੈ, ਕਰੰਟ ਹੈ, ਠੀਕ ਹੈ ਜੀ। ਤਾਂ ਕਰੰਟ ਡਾਇਰੈਕਟਰ ਜਨਰਲ ਆਫ ITBP ਕੌਣ ਹੈ? ਅਨੀਸ਼ ਦਿਆਲ ਸਿੰਘ। ਤਾਂ ਹੈੱਡਕੁਆਟਰ ਤੁਹਾਨੂੰ ਪੁੱਛ ਸਕਦੇ ਨੇ ITBP ਦਾ ਕਿੱਥੇ ਹੈ? ਨਵੀਂ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ। ਅਤੇ ਇਸਟੈਬਲਿਸ਼ਮੈਂਟ ਈਅਰ ਕੀ ਹੈ? 1962 ਦੇ ਵਿੱਚ ਇਹਦੀ ਇਸਟੈਬਲਿਸ਼ਮੈਂਟ ਹੋਈ ਸੀ ITBP ਦੀ। ਤਾਂ ਹੈੱਡਕੁਆਟਰ 99% ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਜਿਹੜੇ ਹੈੱਡਕੁਆਟਰ ਨੇ ਉਹ ਨਵੀਂ ਦਿੱਲੀ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ BRO ਦਾ ਡਾਇਰੈਕਟਰ ਜਨਰਲ ਕੌਣ ਹੈ? ਹੂ ਇਜ਼ ਦੀ ਕਰੰਟ ਡਾਇਰੈਕਟਰ ਜਨਰਲ ਆਫ BRO? ਬਾਰਡਰ ਰੋਡ ਆਰਗੇਨਾਈਜੇਸ਼ਨ, ਬਹੁਤ ਇੰਪੋਰਟੈਂਟ ਸੰਸਥਾ ਇਹ। BRO ਦਾ ਕੀ ਕੰਮ ਹੁੰਦਾ?
ਜਿੰਨੇ ਵੀ ਆਪਣੇ ਪਹਾੜੀ ਏਰੀਏ ਦੇ ਵਿੱਚ ਜਿੰਨੀਆਂ ਰੋਡਸ ਨੇ ਜਾਂ ਬਾਰਡਰ ਦੇ ਨੇੜੇ ਤੇੜੇ, ਮਤਲਬ ਪਹਾੜੀ ਨਹੀਂ, ਆਪਾਂ ਬਾਰਡਰ ਦੇ ਨੇੜੇ ਤੇੜੇ ਕਹਿ ਸਕਦੇ ਹਾਂ ਵੀ ਜਿੱਥੇ ਆਪਣਾ ਇੰਡੀਆ ਦਾ ਬਾਰਡਰ ਆਪਣਾ ਪਾਕਿਸਤਾਨ ਦੇ ਨਾਲ ਜਾਂ ਚਾਈਨਾ ਦੇ ਨਾਲ ਆਪਣਾ ਬਾਰਡਰ ਲੱਗਦਾ ਹੈ, ਤਾਂ ਉੱਥੇ ਜਿੰਨੀਆਂ ਵੀ ਰੋਡਸ ਵਗੈਰਾ ਬਣਦੀਆਂ ਨੇ ਉਹ BRO ਬਣਾਉਂਦਾ, ਠੀਕ ਹੈ ਜੀ। ਤਾਂ ਬਾਰਡਰ ਰੋਡ ਆਰਗੇਨਾਈਜੇਸ਼ਨ ਬਹੁਤ ਇੰਪੋਰਟੈਂਟ ਸੰਸਥਾ, ਇਹਦੇ ਬਾਰੇ ਤੁਹਾਨੂੰ ਪੁੱਛ ਸਕਦੇ ਨੇ। ਤਾਂ ਇਹਦਾ ਡਾਇਰੈਕਟਰ ਜਨਰਲ ਹੁਣ ਕੌਣ ਹੈ, ਉਹ ਸਾਨੂੰ ਪੁੱਛਿਆ ਜਾਊਗਾ। ਵਿਨੈ ਮੋਹਨ ਕਵਾਤਰਾ, V ਅਨੰਤ ਨਾਗੇਸ਼ਵਰਨ, ਸੁਰੇਸ਼ N ਪਟੇਲ ਜਾਂ ਰਾਜੀਵ ਚੌਧਰੀ। ਤੇ ਇਹਦਾ ਆਨਸਰ ਨੰਬਰ 4 ਆਊਗਾ, ਰਾਜੀਵ ਚੌਧਰੀ, ਠੀਕ ਹੈ ਜੀ। ਤਾਂ ਰਾਜੀਵ ਚੌਧਰੀ ਇਹਦਾ ਕਰੰਟ ਡਾਇਰੈਕਟਰ ਜਨਰਲ ਹੈਗਾ, ਰਾਜੀਵ ਚੌਧਰੀ। ਹੈੱਡਕੁਆਟਰ ਕਿੱਥੇ BRO ਦਾ, ਨਵੀਂ ਦਿੱਲੀ ਦੇ ਵਿੱਚ, ਠੀਕ ਹੈ ਜੀ। ਇਸਟੈਬਲਿਸ਼ਮੈਂਟ ਈਅਰ 1960 ਦੇ ਵਿੱਚ ਇਹ ਸੰਸਥਾ ਬਣੀ ਹੈ, ਠੀਕ ਹੈ ਜੀ, BRO। ਤਾਂ ਕਰੰਟ ਡਾਇਰੈਕਟਰ ਜਨਰਲ ਕੌਣ ਹੈ, ਰਾਜੀਵ ਚੌਧਰੀ, ਠੀਕ ਹੈ ਜੀ। ਤਾਂ BRO ਬਾਰੇ ਤੁਹਾਨੂੰ ਕੁਐਸਚਨ ਆ ਸਕਦਾ ਹੈ, ਬਹੁਤ ਇੰਪੋਰਟੈਂਟ ਸੰਸਥਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ ਰਾਜ ਸਭਾ ਦਾ ਸੈਕਟਰੀ ਜਨਰਲ ਕੌਣ ਹੈ? ਹੂ ਇਜ਼ ਦੀ ਕਰੰਟ ਸੈਕਟਰੀ ਜਨਰਲ ਆਫ ਰਾਜ ਸਭਾ? ਪ੍ਰਮੋਦ ਚੰਦਰ ਮੋਦੀ, V ਅਨੰਤ ਨਾਗੇਸ਼ਵਰਨ, ਸੁਰੇਸ਼ N ਪਟੇਲ ਜਾਂ ਰਾਜੀਵ ਚੌਧਰੀ। ਇਹਨਾਂ ਬਾਰੇ ਆਪਾਂ ਪੜ੍ਹ ਕੇ ਆਏ ਹਾਂ, ਤਾਂ ਇਹਦਾ ਆਨਸਰ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ, ਠੀਕ ਹੈ ਜੀ। ਤਾਂ ਆਪਸ਼ਨ ਤੁਹਾਨੂੰ ਇਹੋ ਜਿਹੇ ਮਿਲਣਗੇ ਪੇਪਰ ਦੇ ਵਿੱਚ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਪ੍ਰਮੋਦ ਚੰਦਰ ਮੋਦੀ, ਠੀਕ ਹੈ ਜੀ। ਤਾਂ ਭਾਰਤ ਦਾ ਮੌਜੂਦਾ ਰਾਜ ਸਭਾ ਦਾ ਸੈਕਟਰੀ ਜਨਰਲ ਤੁਹਾਨੂੰ ਪੁੱਛ ਸਕਦੇ ਨੇ, ਬਹੁਤ ਇੰਪੋਰਟੈਂਟ ਪੋਸਟ ਹੈ। ਤਾਂ ਪ੍ਰਮੋਦ ਚੰਦਰ ਮੋਦੀ ਹੈ ਉਹ ਕਰੰਟ ਹੈ ਜਿਹੜਾ ਆਪਣਾ। ਤਾਂ ਆਨਸਰ ਨੰਬਰ 1 ਇਹਦਾ ਆਨਸਰ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਦਾ CEO ਕੌਣ ਹੈ? ਤਾਂ ਬਹੁਤ ਇੰਪੋਰਟੈਂਟ ਸੰਸਥਾ ਇਹ, 99% ਤੁਹਾਨੂੰ ਚਾਂਸ ਨੇ ਇਹ ਕੁਐਸਚਨ ਆਉਣ ਦੇ। ਹੂ ਇਜ਼ ਦੀ ਕਰੰਟ CEO ਆਫ FSSAI? ਇਹ ਤੁਸੀਂ ਜਦੋਂ ਆਪਾਂ ਕੋਈ ਵੀ ਖਾਣ ਵਾਲੀ ਆਪਾਂ ਕੋਈ ਆਈਟਮ ਲੈਂਦੇ ਹਾਂ, ਤਾਂ ਉਹਦੇ ਉੱਤੇ ਇਹਦਾ ਟੈਗ ਲੱਗਿਆ ਹੁੰਦਾ FSSAI ਦਾ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ। ਜਦੋਂ ਜਿਹੜੀ ਕੋਈ ਆਈਟਮ ਹੈ ਖਾਣ ਵਾਲੀ, ਜਾਂ ਬਿਸਕਿਟ ਹੈ ਜਾਂ ਭੁਜੀਆ ਜਾਂ ਕੁਛ ਵੀ ਆਪਾਂ, ਜਾਂ ਲੇਜ਼ ਕੁਛ ਵੀ ਆਪਾਂ ਲੈਂਦੇ ਹਾਂ, ਤਾਂ FSSAI ਦੀ ਮੋਹਰ ਤੋਂ ਬਾਅਦ ਉਹ ਚੀਜ਼ ਬਾਜ਼ਾਰ ਦੇ ਵਿੱਚ ਆਉਂਦੀ ਹੈ, ਠੀਕ ਹੈ ਜੀ। ਇਹਨਾਂ ਤੋਂ ਬਿਨਾਂ ਆਪਾਂ ਬਾਜ਼ਾਰ ਦੇ ਵਿੱਚ ਉਹਨੂੰ ਲਾਂਚ ਨਹੀਂ ਕਰ ਸਕਦੇ। ਤਾਂ ਇਹ ਸਾਰਾ ਉਹਦਾ ਸਟੈਂਡਰਡ ਚੈੱਕ ਕਰਦੇ ਨੇ ਫੂਡ ਦਾ, ਕਿ ਇਹਦੇ ਵਿੱਚ ਕੋਈ ਕੁਛ ਹਾਰਮਫੁਲ ਤਾਂ ਨਹੀਂ, ਠੀਕ ਹੈ ਜੀ, ਤਾਂ ਖਾਣ ਦੇ ਲਈ। ਤਾਂ ਇੱਥੋਂ ਉਹ ਚੀਜ਼ ਪਾਸ ਹੋ ਕੇ ਆਉਂਦੀ ਹੈ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ। ਇਹ ਸੰਸਥਾ ਬਹੁਤ ਇੰਪੋਰਟੈਂਟ ਹੈ, ਇਹਦੇ ਬਾਰੇ ਤੁਹਾਨੂੰ ਕੁਐਸਚਨ ਆ ਸਕਦਾ ਹੈ। ਤਾਂ ਇਹਦਾ ਤੁਹਾਨੂੰ CEO ਪੁੱਛ ਸਕਦੇ ਆ, ਚੀਫ ਐਗਜ਼ੈਕਟਿਵ ਆਫਿਸਰ, ਠੀਕ ਹੈ ਜੀ। ਤਾਂ ਜੀ ਕਮਾਲਾ ਵਰਧਨ ਰਾਓ, V ਅਨੰਤ ਨਾਗੇਸ਼ਵਰਨ, ਸੁਰੇਸ਼ N ਪਟੇਲ ਜਾਂ ਰਾਜੀਵ ਚੌਧਰੀ। ਤਾਂ ਇਹਦਾ ਆਨਸਰ ਵੀ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ, ਜੀ ਕਮਾਲਾ ਵਰਧਨ ਰਾਓ, ਠੀਕ ਹੈ ਜੀ। FSSAI ਦਾ ਇਹ CEO ਹੈ, ਠੀਕ ਹੈ ਜੀ ਕਮਾਲਾ ਵਰਧਨ ਰਾਓ। ਤਾਂ ਆਨਸਰ ਨੰਬਰ 1 ਇਹਦਾ ਆਨਸਰ ਹੈ, ਠੀਕ ਹੈ ਜੀ। FSSAI ਦਾ ਤੁਹਾਨੂੰ ਹੈੱਡਕੁਆਟਰ ਪੁੱਛਣਗੇ ਤਾਂ ਕਿੱਥੇ ਹੈ, ਨਵੀਂ ਦਿੱਲੀ ਦੇ ਵਿੱਚ, ਨਿਊ ਦਿੱਲੀ ਦੇ ਵਿੱਚ ਹੈ। ਅਤੇ ਕਦੋਂ ਇਸਟੈਬਲਿਸ਼ ਹੋਈ ਸੀ ਇਹ ਸੰਸਥਾ? 5 ਸਤੰਬਰ 2008 ਦੇ ਵਿੱਚ, ਠੀਕ ਹੈ ਜੀ। ਇਹ ਵੀ ਤੁਹਾਨੂੰ ਐਗਜ਼ੈਕਟ ਡੇਟ ਪਤਾ ਹੋਣੀ ਚਾਹੀਦੀ ਹੈ। ਇਹਦੇ ਬਾਰੇ ਕੁਐਸਚਨ ਵੈਸੇ ਵੀ ਆ ਜਾਂਦਾ ਕਿ ਇਹ ਕਦੋਂ ਬਣੀ ਸੀ ਜਾਂ ਇਹਦਾ ਹੈੱਡਕੁਆਟਰ ਕਿੱਥੇ ਹੈ। ਤਾਂ 5 ਸਤੰਬਰ 2008 ਦੇ ਵਿੱਚ ਬਣੀ ਸੀ, ਅਤੇ ਹੈੱਡਕੁਆਟਰ ਇਹਦਾ ਨਵੀਂ ਦਿੱਲੀ ਦੇ ਵਿੱਚ, ਨਿਊ ਦਿੱਲੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ ਨੈਸ਼ਨਲ ਸਿਕਿਉਰਿਟੀ ਸਲਾਹਕਾਰ ਕੌਣ ਹੈ? ਹੂ ਇਜ਼ ਦੀ ਕਰੰਟ NSA ਆਫ ਇੰਡੀਆ? ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਠੀਕ ਹੈ ਜੀ। NSA ਮਤਲਬ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਠੀਕ ਹੈ ਜੀ। ਇਹ ਬਹੁਤ ਇੰਪੋਰਟੈਂਟ ਪੋਸਟ ਹੈ, 99% ਇਹਦੇ ਵਿੱਚੋਂ ਚਾਂਸ ਨੇ ਇਹ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਉਣ ਦੇ, ਠੀਕ ਹੈ ਜੀ। ਜੀ ਕਮਾਲਾ ਵਰਧਨ ਰਾਓ, V ਅਨੰਤ ਨਾਗੇਸ਼ਵਰਨ, ਸੁਰੇਸ਼ N ਪਟੇਲ ਜਾਂ ਅਜੀਤ ਡੋਵਾਲ। ਤਾਂ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ, ਠੀਕ ਹੈ ਜੀ। ਆ ਜੀ ਕਮਾਲਾ ਵਰਧਨ ਰਾਓ ਤਾਂ ਆਪਣਾ FSSAI ਦਾ ਹੈਗਾ। ਤਾਂ ਅਜੀਤ ਡੋਵਾਲ ਇਹਦਾ ਆਨਸਰ ਆਊਗਾ, ਆਨਸਰ ਨੰਬਰ 4। ਅਜੀਤ ਡੋਵਾਲ ਹੈ ਆਪਣਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਠੀਕ ਹੈ ਜੀ। ਤਾਂ ਅਜੀਤ ਡੋਵਾਲ ਬਹੁਤ ਫੇਮਸ ਹੈ, ਇਹਦੇ ਬਾਰੇ ਤੁਸੀਂ ਸੁਣਿਆ ਹੋਣਾ ਨਿਊਜ਼ ਦੇ ਵਿੱਚ। ਤਾਂ ਆਨਸਰ ਨੰਬਰ 4 ਆਊਗਾ। ਕਈ ਵਾਰੀ ਤੁਹਾਨੂੰ ਇਹ ਪੁੱਛ ਸਕਦੇ ਕਿ ਇਹ ਪੋਸਟ ਕਦੋਂ ਬਣੀ ਹੈ, ਫਾਰਮੇਸ਼ਨ ਆਫ ਪੋਸਟ। ਤਾਂ 1998 ਦੇ ਵਿੱਚ ਇਹ ਪੋਸਟ ਬਣੀ ਹੈ, ਠੀਕ ਹੈ ਜੀ। ਤਾਂ NSA ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਤਾਂ ਕੌਣ ਨੇ? ਅਜੀਤ ਡੋਵਾਲ, ਇਹਦੇ ਬਾਰੇ ਪੁੱਛਿਆ ਜਾ ਸਕਦਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ BPCL ਦਾ ਚੇਅਰਮੈਨ ਕੌਣ ਹੈ? ਹੂ ਇਜ਼ ਦੀ ਕਰੰਟ ਚੇਅਰਮੈਨ ਆਫ BPCL? BPCL ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਬਹੁਤ ਇੰਪੋਰਟੈਂਟ ਸੰਸਥਾ ਹੈ, ਪੂਰੇ ਚਾਂਸ ਨੇ ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਬਣਦੇ। ਜੀ ਕਮਾਲਾ ਵਰਧਨ ਰਾਓ, V ਅਨੰਤ ਨਾਗੇਸ਼ਵਰਨ, ਜੀ ਕ੍ਰਿਸ਼ਨ ਕੁਮਾਰ ਜਾਂ ਸੁਰੇਸ਼ N ਪਟੇਲ। ਦਾ ਇਹਦਾ ਆਨਸਰ ਵੀ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ। ਤਾਂ ਜੀ ਕ੍ਰਿਸ਼ਨਾ ਕੁਮਾਰ, ਠੀਕ ਹੈ ਜੀ ਕ੍ਰਿਸ਼ਨਾ ਕੁਮਾਰ ਇਹਦਾ ਆਨਸਰ ਹੈਗਾ। ਤਾਂ ਜਿਹੜੇ ਆਪਣੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਨੇ, ਆਨਸਰ ਨੰਬਰ 3 ਆਊਗਾ। ਤਾਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਇਹਦਾ ਹੈੱਡਕੁਆਟਰ ਤੁਹਾਨੂੰ ਪੁੱਛਿਆ ਜਾਊਗਾ ਕਿੱਥੇ ਹੈ, ਮੁੰਬਈ ਦੇ ਵਿੱਚ ਹੈ। ਅਤੇ ਇਸਟੈਬਲਿਸ਼ਮੈਂਟ ਈਅਰ ਕੀ ਹੈ? 1952 ਦੇ ਵਿੱਚ ਇਹ ਸੰਸਥਾ ਬਣੀ ਹੈ, ਠੀਕ ਹੈ ਜੀ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦੀ ਮੌਜੂਦਾ ਸਟੀਲ ਅਥਾਰਟੀ ਆਫ ਇੰਡੀਆ ਦੀ ਪਹਿਲੀ ਮਹਿਲਾ ਚੇਅਰਮੈਨ ਕੌਣ ਹੈ? ਜਦੋਂ ਕੋਈ ਵੀ ਵੂਮੈਨ
ਫਸਟ ਟਾਈਮ ਚੇਅਰਮੈਨ ਬਣਦੀ ਹੈ ਤਾਂ ਉੱਥੋਂ ਜਿਹੜੇ ਕੁਐਸਚਨ ਬਣਨ ਦੇ ਚਾਂਸ ਆ ਉਹ 99% ਬਣ ਜਾਂਦੇ ਨੇ, ਤਾਂ ਕਰਕੇ ਤੁਸੀਂ ਉਹ ਕੁਐਸਚਨ ਮਿਸ ਨਹੀਂ ਕਰਨਾ ਇਹੋ ਜਿਹਾ। ਹੂ ਇਜ਼ ਦੀ ਕਰੰਟ ਐਂਡ ਫਸਟ ਵੂਮਨ ਚੇਅਰਮੈਨ ਆਫ ਸੇਲ, ਇਹਨੂੰ ਸੇਲ ਕਿਹਾ ਜਾਂਦਾ ਸ਼ਾਰਟ ਫਾਰਮ ਦੇ ਵਿੱਚ, SAIL। ਤਾਂ ਇਹਦੀ ਫੁੱਲ ਫਾਰਮ ਕੀ ਹੈ? ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ, ਠੀਕ ਹੈ ਜੀ, ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ। ਤਾਂ ਜਿੰਨਾ ਵੀ ਆਪਣਾ ਸਟੀਲ ਬਣਦਾ, ਠੀਕ ਹੈ ਜੀ, ਇੱਥੋਂ ਉਹ ਪਾਸ ਹੋ ਕੇ ਆਉਂਦਾ। ਤਾਂ ਇਹਦੀ ਪਹਿਲੀ ਮਹਿਲਾ ਚੇਅਰਮੈਨ ਬਣੀ ਹੈ ਜੀ ਕਮਾਲਾ ਵਰਧਨ ਰਾਓ, V ਅਨੰਤ ਨਾਗੇਸ਼ਵਰਨ, ਜੀ ਕ੍ਰਿਸ਼ਨ ਕੁਮਾਰ, ਤਾਂ ਸੋਮਾ ਮੰਡਲ, ਠੀਕ ਹੈ ਜੀ, ਤੁਹਾਨੂੰ ਪਤਾ ਚੱਲ ਗਿਆ ਹੋਣਾ। ਆਨਸਰ ਨੰਬਰ 4 ਹੈ ਇਹਦਾ, ਸੋਮਾ ਮੰਡਲ ਇਹਦੀ ਫਸਟ ਵੂਮੈਨ ਚੇਅਰਮੈਨ ਬਣੀ ਹੈ ਫਸਟ ਟਾਈਮ, ਠੀਕ ਹੈ ਜੀ, ਸੇਲ ਦੀ, ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ ਦੀ। ਤਾਂ ਸੋਮਾ ਮੰਡਲ ਇਹਦਾ ਆਨਸਰ ਹੈ, ਪੁੱਛਿਆ ਜਾ ਸਕਦਾ। ਹੈੱਡਕੁਆਟਰ ਕਿੱਥੇ ਹੈ ਸਟੀਲ ਅਥਾਰਟੀ ਆਫ ਇੰਡੀਆ ਦਾ? ਨਵੀਂ ਦਿੱਲੀ ਦੇ ਵਿੱਚ ਹੈ, ਠੀਕ ਹੈ ਜੀ। ਅਤੇ ਇਸਟੈਬਲਿਸ਼ਮੈਂਟ ਈਅਰ ਕੀ ਹੈ? 1954, 1954 ਇਹਦਾ ਇਸਟੈਬਲਿਸ਼ਮੈਂਟ ਈਅਰ ਹੈ, ਠੀਕ ਹੈ ਜੀ, ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ NIA ਦਾ ਡਾਇਰੈਕਟਰ ਜਨਰਲ ਕੌਣ ਹੈ? ਹੂ ਇਜ਼ ਦੀ ਕਰੰਟ ਡਾਇਰੈਕਟਰ ਜਨਰਲ ਆਫ NIA। NIA ਬਹੁਤ ਇੰਪੋਰਟੈਂਟ ਸੰਸਥਾ ਹੈ ਆਪਣੀ, 99% ਤੁਹਾਨੂੰ ਇਹਦੇ ਵਿੱਚੋਂ ਚਾਂਸ ਨੇ ਇਹ ਕੁਐਸਚਨ ਆਉਣ ਦੇ, ਠੀਕ ਹੈ ਜੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਠੀਕ ਹੈ ਜੀ, NIA ਦਾ ਤੁਹਾਨੂੰ ਪੁੱਛਿਆ ਜਾ ਸਕਦਾ। ਆਪਣੀ ਇਹ ਬਹੁਤ ਮਤਲਬ ਇੱਕ ਟੌਪ ਦੀ ਆਪਣੀ ਇਹ ਏਜੰਸੀ ਹੈ ਜਿਹੜੀ ਇਨਵੈਸਟੀਗੇਸ਼ਨ ਕਰਦੀ ਹੈ, ਠੀਕ ਹੈ ਜੀ, NIA। ਤਾਂ ਆਪਣੀਆਂ ਬਹੁਤ ਏਜੰਸੀਜ਼ ਨੇ, ਜਿਵੇਂ ਕਿ ਰਾ ਹੋ ਗਈ, NIA ਹੋ ਗਈ, ਠੀਕ ਹੈ ਜੀ, ਇਹ ਸਾਰੀ ਇਨਵੈਸਟੀਗੇਸ਼ਨ ਏਜੰਸੀਜ਼ ਬਣੀਆਂ ਹੋਈਆਂ ਨੇ ਆਪਣੇ। ਤਾਂ ਇਹ ਕੌਣ ਨੇ? ਜੀ ਕਮਾਲਾ ਵਰਧਨ ਰਾਓ, ਦਿਨਕਰ ਗੁਪਤਾ, ਜੀ ਕ੍ਰਿਸ਼ਨ ਕੁਮਾਰ ਜਾਂ ਅਜੀਤ ਡੋਭਾਲ। ਤਾਂ ਦਿਨਕਰ ਗੁਪਤਾ ਇਹਦਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। ਤਾਂ NIA ਦਾ ਡਾਇਰੈਕਟਰ ਜਨਰਲ ਕੌਣ ਹੈ ਕਰੰਟ? ਤਾਂ ਦਿਨਕਰ ਗੁਪਤਾ, ਠੀਕ ਹੈ ਜੀ, ਆਨਸਰ ਨੰਬਰ 2 ਆਊਗਾ। ਤਾਂ NIA ਦਾ ਤੁਹਾਨੂੰ ਹੈੱਡਕੁਆਟਰ ਪੁੱਛਿਆ ਜਾ ਸਕਦਾ, ਨਵੀਂ ਦਿੱਲੀ ਹੈ, ਨਿਊ ਦਿੱਲੀ। ਅਤੇ ਇਸਟੈਬਲਿਸ਼ਮੈਂਟ ਈਅਰ ਕੀ ਹੈ? 2009 ਦੇ ਵਿੱਚ ਇਹ ਸੰਸਥਾ ਬਣੀ ਹੈ, ਠੀਕ ਹੈ ਜੀ, ਤਾਂ ਇਹ ਪੁੱਛਿਆ ਜਾ ਸਕਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਮੌਜੂਦਾ ਜੀਓਲੋਜੀਕਲ ਸਰਵੇ ਆਫ ਇੰਡੀਆ ਦਾ ਡਾਇਰੈਕਟਰ ਜਨਰਲ ਕੌਣ ਹੈ? ਹੂ ਇਜ਼ ਦੀ ਕਰੰਟ ਡਾਇਰੈਕਟਰ ਜਨਰਲ ਆਫ ਜੀਓਲੋਜੀਕਲ ਸਰਵੇ ਆਫ ਇੰਡੀਆ? ਜੀ ਕਮਾਲਾ ਵਰਧਨ ਰਾਓ, ਅਰੁਣ ਕੁਮਾਰ ਸਿੰਘ, ਜੀ ਕ੍ਰਿਸ਼ਨ ਕੁਮਾਰ ਜਾਂ ਡਾਕਟਰ S ਰਾਜੂ। ਤੇ ਇਹਦਾ ਆਨਸਰ ਨੰਬਰ 4 ਆਊਗਾ, ਡਾਕਟਰ S ਰਾਜੂ, ਠੀਕ ਹੈ ਜੀ। ਤਾਂ ਜੀਓਲੋਜੀਕਲ ਸਰਵੇ ਆਫ ਇੰਡੀਆ ਡਾਕਟਰ S ਰਾਜੂ ਹੈ, ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਮਤਲਬ ਇਹ ਪੋਸਟ ਹੈ। ਹੂ ਇਜ਼ ਦੀ ਕਰੰਟ ਡਾਇਰੈਕਟਰ ਜਨਰਲ ਆਫ ਜੀਓਲੋਜੀਕਲ ਸਰਵੇ ਆਫ ਇੰਡੀਆ? ਤਾਂ ਇਸ ਸੰਸਥਾ ਦਾ ਜਿਹੜਾ ਬਣੇਗਾ ਡਾਇਰੈਕਟਰ ਜਨਰਲ ਡਾਕਟਰ S ਰਾਜੂ, ਇਹਦੇ ਬਾਰੇ ਪੁੱਛਿਆ ਜਾ ਸਕਦਾ ਹੈ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਭਾਰਤ ਦਾ ਮੌਜੂਦਾ ਰਾ ਏਜੰਸੀ ਦਾ ਚੇਅਰਮੈਨ ਕੌਣ ਹੈ? ਹੂ ਇਜ਼ ਦੀ ਕਰੰਟ ਚੇਅਰਮੈਨ ਆਫ ਰਾ? ਰਾ ਵੀ ਆਪਣੀ ਇੱਕ ਬਹੁਤ ਟੌਪ ਦੀ ਮਤਲਬ ਇੱਕ ਏਜੰਸੀ ਹੈ ਜਿਹੜੀ ਕਿ ਇਨਵੈਸਟੀਗੇਸ਼ਨ ਏਜੰਸੀ ਹੈ। ਇਹਦਾ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਰਿਸਰਚ ਐਂਡ ਐਨਾਲਿਸਿਸ ਵਿੰਗ, ਠੀਕ ਹੈ ਜੀ, ਰਿਸਰਚ ਐਂਡ ਐਨਾਲਿਸਿਸ ਵਿੰਗ। ਤਾਂ ਇਹਦਾ ਤੁਹਾਨੂੰ ਪੁੱਛਣਗੇ ਕਰੰਟ ਚੇਅਰਮੈਨ ਕੌਣ ਹੈ ਰਾ ਦਾ, ਇਹ ਪੁੱਛਿਆ ਜਾ ਸਕਦਾ, 99% ਚਾਂਸ ਨੇ। ਸਾਮੰਤ ਗੋਇਲ, ਅਰੁਣ ਕੁਮਾਰ ਸਿੰਘ, ਜੀ ਕ੍ਰਿਸ਼ਨ ਕੁਮਾਰ ਜਾਂ ਡਾਕਟਰ S ਰਾਜੂ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਬਣੂਗਾ, ਸਾਮੰਤ ਗੋਇਲ, ਠੀਕ ਹੈ ਜੀ, ਸਾਮੰਤ ਗੋਇਲ ਹੈ ਰਾ ਦਾ ਚੇਅਰਮੈਨ। ਤਾਂ ਆਨਸਰ ਨੰਬਰ 1 ਆਉਣਾ ਇਹਦਾ, ਆਨਸਰ ਨੰਬਰ 4 ਨਹੀਂ ਆਉਣਾ। ਡਾਕਟਰ S ਰਾਜੂ ਤਾਂ ਆਪਾਂ ਪਹਿਲਾਂ ਕਰਕੇ ਗਏ ਹਾਂ, ਠੀਕ ਹੈ ਜੀ। ਤਾਂ ਇਹ ਤਾਂ ਆਪਣੇ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਹੈ। ਤਾਂ ਆਨਸਰ ਨੰਬਰ 1 ਆਊਗਾ ਇਹਦਾ, ਸਾਮੰਤ ਗੋਇਲ, ਠੀਕ ਹੈ ਜੀ, ਇਹਨੂੰ ਸਹੀ ਕਰ ਲਿਓ ਤੁਸੀਂ। ਤਾਂ ਸਾਮੰਤ ਗੋਇਲ ਹੈ, ਆਨਸਰ ਨੰਬਰ 1 ਆਊਗਾ ਇਹਦਾ, ਆਨਸਰ ਨੰਬਰ 4 ਨਹੀਂ ਆਉਣਾ, ਆਨਸਰ ਨੰਬਰ 1 ਹੈ ਇਹਦਾ, ਸਾਮੰਤ ਗੋਇਲ। ਤਾਂ ਇੱਕ ਤੁਹਾਨੂੰ ਅਰੁਣ ਕੁਮਾਰ ਸਿੰਘ ਬਾਰੇ ਪੁੱਛ ਸਕਦੇ ਨੇ, ਠੀਕ ਹੈ ਜੀ। ਤਾਂ ਅਰੁਣ ਕੁਮਾਰ ਸਿੰਘ ਕੌਣ ਹੈ? ONGC ਦਾ ਚੇਅਰਮੈਨ ਹੈ। ONGC ਮਤਲਬ ਕਿਹੜੀ ਸੰਸਥਾ ਇਹ? ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ, ਠੀਕ ਹੈ ਜੀ, ਇਹਦੀ ਫੁੱਲ ਫਾਰਮ ਹੈ। ਤਾਂ ਇਹਦਾ ਹੈੱਡਕੁਆਟਰ ਵੀ ਨਵੀਂ ਦਿੱਲੀ ਹੈ। ਤਾਂ ਇਹਦਾ ਜਿਹੜਾ ਚੇਅਰਮੈਨ ਹੈ ਉਹ ਹੈ ਅਰੁਣ ਕੁਮਾਰ ਸਿੰਘ, ਠੀਕ ਹੈ ਜੀ। ONGC ਦੇ ਚੇਅਰਮੈਨ ਤੁਹਾਨੂੰ ਪੁੱਛ ਸਕਦੇ ਨੇ, ਇਹ ਵੀ ਤੁਹਾਨੂੰ ਨਾਲ ਇੱਕ ਕਰੰਟ ਅਫੇਅਰ ਮੈਂ ਕਵਰ ਕਰਵਾ ਦਿੱਤਾ। ਤਾਂ ਅਰੁਣ ਕੁਮਾਰ ਸਿੰਘ ONGC ਦਾ ਚੇਅਰਮੈਨ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਨੰਬਰ 1 ਆਊਗਾ, ਸਾਮੰਤ ਗੋਇਲ ਰਾ ਦਾ ਆਪਣਾ, ਠੀਕ ਹੈ ਜੀ। ਤਾਂ ਸਾਮੰਤ ਗੋਇਲ ਇਹਦਾ ਆਨਸਰ ਤੁਸੀਂ ਸਹੀ ਕਰ ਲੈਣਾ, ਤਾਂ ਇਹਦਾ ਆਨਸਰ ਆਊਗਾ। ਤਾਂ ਅੱਜ ਦੇ ਜਿਹੜੇ ਆਪਣੇ ਇਹ ਕਰੰਟ ਅਫੇਅਰ ਨੇ 15, ਇਹ ਆਪਣੇ ਆਪਾਂ ਪੂਰੇ ਡਿਟੇਲ ਦੇ ਵਿੱਚ ਕਵਰ ਕੀਤੇ ਨੇ, ਨਾਲ ਇਹਨਾਂ ਦੇ ਜਿੰਨੇ ਵੀ ਫੈਕਟ ਨੇ ਉਹ ਵੀ ਆਪਾਂ ਕਵਰ ਕੀਤੇ ਨੇ। ਅਤੇ ਰੋਜ਼ ਆਪਣਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆਪਣੇ ਸੈਸ਼ਨ ਡੇਲੀ ਅਪਲੋਡ ਹੋਇਆ ਕਰਨਗੇ ਸੁਬਾਹ 9 ਵਜੇ, ਠੀਕ ਹੈ ਜੀ। ਮਿਸ ਨਾ ਕਰਿਆ ਕਰਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਆਪਾਂ ਪੂਰੇ ਦਾ ਪੂਰਾ ਨਿਚੋੜ ਤੁਹਾਡੇ ਅੱਗੇ ਲੈ ਕੇ ਆਉਣੇ ਆ। ਫਾਲਤੂ ਆਪਾਂ ਇੱਕ ਵੀ ਕਰੰਟ ਅਫੇਅਰ ਤੁਹਾਡੇ ਅੱਗੇ ਨਹੀਂ ਲੈ ਕੇ ਆਉਣਾ ਜਿਹਦੇ ਨਾਲ ਤੁਹਾਡਾ ਟਾਈਮ ਵੇਸਟ ਹੋਵੇ, ਠੀਕ ਹੈ ਜੀ। ਤਾਂ ਅੱਜ ਦੀ ਕਲਾਸ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਜੇਕਰ ਕਲਾਸ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ, ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਨੋਟਸ ਆਪਣੇ ਨਾਲ ਜ਼ਰੂਰ ਬਣਾਓ, ਇਹ ਮੈਂ ਤੁਹਾਨੂੰ ਇੱਕ ਫ੍ਰੀ ਦੀ ਸੁਜੈਸ਼ਨ ਦਿੰਦਾ, ਠੀਕ ਹੈ ਜੀ। ਨੋਟਸ ਤੋਂ ਬਿਨਾਂ ਇਹ ਤੁਹਾਡੇ ਚੰਗੀ ਤਰ੍ਹਾਂ ਯਾਦ ਨਹੀਂ ਹੋਣੇ, ਠੀਕ ਹੈ ਜੀ। ਤਾਂ ਨੋਟਸ ਆਪਣੇ ਖੁਦ ਬਣਾਓ, ਖੁਦ ਤੁਸੀਂ ਰੋਜ਼ ਇਹਨੂੰ ਨੋਟ ਕਰੋ ਇੱਕ ਇੱਕ ਕੁਐਸਚਨ ਨੂੰ, ਅਤੇ ਵਾਰ-ਵਾਰ ਉਹਨੂੰ ਰਿਵਾਈਜ਼ ਕਰੋ। ਜਿੰਨਾ ਰਿਵੀਜ਼ਨ ਕਰੋਗੇ ਉਨੇ ਹੀ ਤੁਹਾਡੇ ਯਾਦ ਹੋਣਗੇ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਕਲਾਸ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।